ਉਹ ਐਰਕੀ ਟਰੈਕਟਰ ਦੇ ਥੋੜੇ ਬਹੁਤੇ ਪੈਸੇ ਲਾ ਲਈਏ। ਐਰਕੀ ਉਹਨੇ ਮੈਨੂੰ ਬੜਾ ਖਰਾਬ ਕੀਤਾ ਜੀ, ਕਿਤੇ ਸਪੈਂਡਰ ਟੁੱਟ ਜੇ, ਕਦੇ ਕਿਹੜੀਆਂ ਲਿਫਟ ਨਾ ਚੁੱਕੇ। ਉਹ ਬਾਪੂ ਉਹ ਸੁਣ ਬਾਪੂ, ਤੇ ਐਵੇਂ ਸੋਚੀ ਪਿਆ ਜਿਵੇਂ ਨਵਾਂ ਟਰੈਕਟਰ ਮੰਗ ਲਿਆ। ਉਹ ਬਾਪੂ ਕੀ ਸੋਚੀ ਜਾਂਦਾ ਬਾਪੂ? ਸੋਚਣਾ ਕੀ ਹੈ ਪੁੱਤ, ਕਰਜ਼ੇ ਦੀ ਵੰਡ ਦਿਨੋਂ ਦਿਨ ਭਾਰੀ ਹੁੰਦੀ ਜਾਂਦੀ ਆ। ਉਹ ਇੰਨਾ ਨਾ ਸੋਚਿਆ ਕਰ ਬਾਪੂ, ਤੇਰਾ ਪੁੱਤ ਕੋਈ ਨਾ ਕੋਈ ਜ਼ਰੂਰ ਕਰੂਗਾ। ਕੀ ਕਰੇਂਗਾ ਤੂੰ? ਸਾਰੀਆਂ 10 ਜਮਾਤਾਂ ਤਾਂ ਪਾਸ ਹੈ ਬਾਪੂ। ਤੇਰੀ ਇਸੇ ਕਰਜ਼ੇ ਦੀ ਪਾਂਡ ਨੇ ਮੈਨੂੰ 10ਾਂ 'ਚ ਰਹਿਣ ਦਿੱਤਾ। ਜੇ ਕਰਜ਼ਾ ਨਾ ਹੁੰਦਾ ਬਾਪੂ, ਤੇਰਾ ਪੁੱਤ ਡਿਗਰੀਆਂ ਕਰਦਾ, ਸਿੱਧਾ ਜੱਜ ਲੱਗਦਾ। ਜੱਜ ਡਿਗਰੀਆਂ ਕਰਦਾ ਤਾਂ ਨਾ, ਹੁਣ ਕੀ ਸੋਚਿਆ ਤੂੰ? ਬਾਪੂ ਕਿਸਾਨ ਦਾ ਪੁੱਤ ਕੀ ਸੋਚ ਸਕਦਾ ਹੈ? ਜਾਂ ਤਾਂ ਇਹ ਖੇਤਾਂ 'ਚ ਕੰਮ ਕਰ ਸਕਦਾ ਹੈ, ਜਾਂ ਬਾਪੂ ਸਰਹੰਦਾਂ 'ਤੇ ਜਾ ਕੇ ਡਿਊਟੀਆਂ ਦੇ ਸਕਦਾ ਹੈ। ਤੇ ਮੈਂ ਫੌਜ 'ਚ ਭਰਤੀ ਹੋਵਾਂਗਾ ਬਾਪੂ। ਪੁੱਤਰ ਤੂੰ ਤਾਂ ਸਾਰਾ ਦਿਨ ਮੇਰੇ ਨਾਲ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦਾ ਹੈ, ਕਦੇ ਦੌੜਿਆ ਵੀ ਤੀਂਗਾ। ਫੌਜ ਵਾਲੇ ਤਾਂ ਕਹਿੰਦੇ ਆ ਭਰਤੀ ਕਰਨ ਲਈ ਚੰਗੀ ਤਰ੍ਹਾਂ ਦੌੜਾ ਕੇ ਵੇਖਦੇ ਆ, ਦੌੜ ਲੇਂਗਾ ਤੂੰ? ਬਾਪੂ ਤੂੰ ਫਿਕਰ ਨਾ ਕਰ, ਮੈਂ ਕਿਸਾਨ ਦਾ ਪੁੱਤ ਹਾਂ। ਇਹੋ ਤੇਰੇ ਖੇਤਾਂ ਦੇ ਕੰਮ ਕਰਕੇ ਮੇਰੇ ਦਮ ਪੱਕੇ ਪਏ ਆ, ਤੇ ਮੇਰੇ ਹੱਥ ਲੋਹੇ ਦੀਆਂ ਤਲਵਾਰਾਂ ਦਾ ਮੂੰਹ ਮੋੜ ਸਕਦੇ ਆ। ਮੈਂ ਕਿਹੜਾ ਬਾਪੂ ਦਫ਼ਤਰਾਂ 'ਚ ਬੈਠਾ ਰਿਹਾ, ਮੈਂ ਕਿਸਾਨ ਦਾ ਪੁੱਤ ਹਾਂ। ਮੈਂ ਮੇਰੇ ਸਰਟੀਫਿਕੇਟ ਦੋ ਛੇਤੀ, ਉਹ ਮੇਰੀ ਬੱਸ ਲੰਘ ਜਾਣੀ। ਚੰਗਾ ਬਾਪੂ। ਚੰਗਾ ਚੰਗਾ। ਉਹ ਪਾਣੀ ਘੁੱਟ ਪਿਆ, ਤੂੰ ਪਾਣੀ। ਉਹ ਛੇਤੀ ਕਰ ਬੇਬੇ, ਇੰਨਾ ਟਾਈਮ। ਪਾਣੀ ਨੂੰ ਗਰਮੀ ਦੇ ਲਾ ਜੀ। ਉਹ ਤਗੜਾ ਹੋ ਕੇ ਦੌੜੀ। ਚੰਗਾ ਬਾਪੂ ਚੰਗਾ। ਮੈਂ ਕਿਹਾ ਜੀ ਰੱਬ ਕਰੇ ਅੱਜ ਪੁੱਤ ਭਰਤੀ ਹੋ ਹੀ ਜਾਵੇ, ਇਹ ਇਹਦੀ ਆਖਰੀ ਭਰਤੀ ਹੋਵੇ। ਭਗਵਾਨ ਨੇ ਜੇ ਅੱਜ ਮੇਰਾ ਪੁੱਤ ਭਰਤੀ ਹੋ ਗਿਆ ਨਾ, ਤੇ ਮੈਂ ਵੀ ਅਖਵਾਉਣ ਦੇ ਕਾਬਲ ਹੋ ਜਾਊਂ ਕਿ ਪਿਓ ਕਿਸਾਨ ਤੇ ਪੁੱਤ ਜਵਾਨ। ਸਰਦਾਰ ਜੀ ਤੁਸੀਂ ਫਿਕਰ ਕਿਉਂ ਕਰਦੇ ਜੇ? ਮੈਂ ਪੁੱਤ ਦੁੱਧ ਮੱਖਣਾ ਨਾ ਪਾਲਿਆ ਹੈ, ਕੋਈ ਪੀਜੇ ਨਹੀਂ ਖਵਾਏ। ਵਾਹਿਗੁਰੂ ਮਿਹਰ ਕਰੇ। ਬਾਪੂ ਬੇਬੇ ਬੇਬੇ, ਉਹ ਬਾਪੂ ਉਹ ਜੱਟ ਭਰਤੀ ਹੋ ਗਿਆ ਜੇ। ਉਹ ਇੱਧਰ ਜਾ ਕੇ ਉਹ ਬਾਪੂ ਕਿੱਥੇ ਆ? ਬੱਲੇ ਬਾਪੂ, ਉਹ ਜੱਟ ਭਰਤੀ ਹੋ ਗਿਆ ਜੇ। ਆਹ ਰੰਗ ਲੱਗ ਗਿਆ ਹੁੰਦਾ। ਬਸ ਤੁਹਾਡੇ ਆਸ਼ੀਰਵਾਦ ਦੀ। ਜਿੰਦਾ ਰਹਿ ਪੁੱਤ, ਜਿੰਦਾ ਰਹਿ। ਚੱਲਿਆ ਪੁੱਤ? ਹਾਂ ਬਾਪੂ। ਚੰਗਾ ਬੇਬੇ। ਪੁੱਤ ਮੈਨੂੰ ਫਿਕਰ ਇਸ ਗੱਲ ਦਾ ਹੈ ਕਿ ਛੋਟਾ ਹੁੰਦਾ ਤੂੰ ਆਪਣੇ ਬਾਪੂ ਨਾਲ ਦਿਨ ਰਾਤ ਜ਼ਮੀਨਾਂ ਉਪਜਾਉਂਦਾ ਰਿਹਾ, ਤੇ ਹੁਣ ਵੱਡਾ ਹੋ ਕੇ ਜੰਗਲਾਂ ਤੇ ਸਰਹੱਦਾਂ ਤੇ ਡਿਊਟੀਆਂ ਦੇਵੇਂਗਾ। ਉਹ ਤੂੰ ਫਿਕਰ ਕਿਉਂ ਕਰਦੀ ਐ? ਜਵਾਨ ਤੇ ਕਿਸਾਨ ਤਾਂ ਹੁੰਦੇ ਹੀ ਦੇਸ਼ ਦੀ ਰਾਖੀ ਲਈ ਨੇ। ਫਿਕਰ ਕਾਤੋਂ ਕਰਦੇ ਜੀ? ਮੈਂ ਇਸ ਮਿੱਟੀ ਦੀ, ਇਸ ਵਤਨ ਦੀ ਰਾਖੀ ਰੱਖਾਂਗਾ, ਤੇ ਤੁਸੀਂ ਇਸ ਮਿੱਟੀ ਤੇ ਉਪਜਾਊ ਜ਼ਮੀਨ ਦੀ। ਤੇ ਜੇ ਜਵਾਨ ਨਾ ਹੁੰਦੇ ਨਾ, ਤੇ ਸਾਡੇ ਦੇਸ਼ ਤੇ ਚੀਨ ਕਦੇ ਦਾ ਕਬਜ਼ਾ ਕਰ ਜਾਂਦਾ। ਤੇ ਕਸਮ ਖਾਨਾ ਬਾਪੂ, ਮੈਂ ਦੁਸ਼ਮਣਾਂ ਨੂੰ ਇੰਚ ਪਾਰ ਨਹੀਂ ਹੋਣ ਦਿੰਦਾ। ਤੇ ਤੁਸੀਂ ਕਿਤੇ ਮੇਰੇ ਮਗਰੋਂ ਵੱਟਾਂ ਨਾ ਵੀਆਂ ਟੇਡੀਆਂ ਕਰਵਾ ਲਿਓ। ਓ ਪੁੱਤ, ਅੜੀ ਨਾਲ ਤਾਂ ਮੈਂ 1 ਇੰਚ ਪਾਰ ਨਹੀਂ ਕਰਨ ਦਿੰਦਾ ਜਿਉਂਦੇ ਜੀ। ਬੜਾ ਮੋਹ ਹੈ ਮੈਨੂੰ ਇਸ ਮਿੱਟੀ ਨਾਲ। ਤਾਂ ਮੇਰੀ ਬਾਪੂ ਦੀ ਗੱਲ ਹੋਰ ਸੁਣ। ਹੁਣ ਤੁਸੀਂ ਕਾਫੀ ਬੁੱਢੇ ਹੋ ਗਏ ਜੀ,
ਤੇ ਕੋਈ ਕੰਮ ਕਰ ਲਈ ਬੰਦਾ ਬੁੰਦਾ ਰੱਖ ਲਿਓ। ਓਏ ਕੰਜਰਾ, ਤੇਰੇ ਬਾਪੂ 'ਚ ਅਜੇ ਵੀ ਤੇਰੇ ਨਾਲੋਂ ਜ਼ਿਆਦਾ ਜੋਸ਼ ਆ। ਉਮਰਾਂ ਦਾ ਪੰਗਾ ਨਾ ਹੁੰਦਾ ਤੇ ਮੈਂ ਅੱਜ ਭਰਤੀ ਹੋ ਜਾਂਦਾ। ਬੱਲੇ ਬਾਪੂ, ਬੱਲੇ ਬਾਪੂ। ਜੈ ਜਵਾਨ, ਜੈ ਕਿਸਾਨ। ਜੈ ਜਵਾਨ, ਜੈ ਜਵਾਨ, ਜੈ ਜਵਾਨ, ਜੈ ਕਿਸਾਨ। ਇਹ ਭੈੜੀ ਸਰਕਾਰ ਤਾਂ ਵੱਟਾਂ ਖਤਮ ਕਰਨ ਪੈਣੀ ਤੇ ਅਸੀਂ ਕਦੇ ਨਹੀਂ ਹੋਣ ਦੇਵਾਂਗੇ। ਜੇ ਕਿਸਾਨ ਨਹੀਂ ਤੇ ਜਹਾਨ ਨਹੀਂ। ਤੇ ਤੁਸੀਂ ਕਿਤੇ ਮੇਰੇ ਮਗਰੋਂ ਵੱਟਾਂ ਨਾ ਵਿੰਗੀਆਂ ਟੇਡੀਆਂ ਕਰਵਾ ਲਿਓ। ਓ ਪੁੱਤ, ਅੜੀ ਨਾਲ ਤਾਂ ਮੈਂ 1 ਇੰਚ ਭਾਰ ਨਹੀਂ ਕਰਨ ਦਿੰਦਾ ਜਿਉਂਦੇ ਜੀ। ਬੜਾ ਮੋਹ ਹੈ ਮੈਨੂੰ ਇਸ ਮਿੱਟੀ ਨਾਲ। ਪੁੱਤ ਆ ਗਿਆ। ਮੈਂ ਸੱਚੀ ਜਾਵਾਂ। ਪੁੱਤ, ਤੂੰ ਦੱਸਿਆ ਨਹੀਂ ਆਪਣੀ ਛੁੱਟੀ ਬਾਰੇ। ਆ ਗਿਆ ਪੁੱਤ। ਠੀਕ ਆ। ਵੇਖੋ ਵੇਖੋ ਮੇਰੇ ਪੁੱਤ ਨੂੰ ਵਰਦੀ ਕਿੱਡੀ ਸੋਹਣੀ ਲੱਗਦੀ ਆ। ਇਹ ਵਰਦੀ ਆਖਰੀ ਵਾਰ ਮਾਂ ਜੀ ਭਰ ਕੇ ਵੇਖ ਲੈਣ। ਇਹ ਤੂੰ ਕੀ ਕਹਿ ਰਿਹਾ ਹੈ? ਮੈਂ ਕੁਝ ਸਮਝੀ ਨਹੀਂ। ਮਾਂ, ਇਸ ਵਰਦੀ ਥੱਲੇ ਕਿਸਾਨ ਛੁਪਿਆ ਹੈ। ਕੀ ਤੂੰ ਨੌਕਰੀ ਛੱਡ ਆਇਆ? ਹਾਂ ਬਾਪੂ, ਬਸ ਛੱਡ ਆਇਆ। ਪੁੱਤ, ਤੈਨੂੰ ਪਤਾ ਵੀ ਹੈ ਕਿ ਅਜੇ ਤੇ ਅਸੀਂ ਆਪਣੀ ਗਹਿਣੇ ਪਈ ਜ਼ਮੀਨ ਵੀ ਨਹੀਂ ਛੁਡਾ ਸਕੇ। ਬਾਪੂ, ਜ਼ਮੀਨ ਗਹਿਣੇ ਸੀ, ਤੇਰੇ ਪੁੱਤ ਦੀ ਜ਼ਮੀਰ ਗਹਿਣੇ ਨਹੀਂ ਸੀ। ਇਹ ਵਤਨ ਦੀ ਸਾਨੂੰ ਰੱਖਿਆ ਸੀ ਰਾਖੀ ਰੱਖਣ ਲਈ, ਬਗਾਨਿਆਂ ਨੇ ਲੜਨ ਲਈ ਬਾਪੂ। ਤੇ ਜਦ ਇਹ ਸਾਨੂੰ ਆਪਣਿਆਂ ਲਈ ਲੜਨ ਲਈ ਮਜਬੂਰ ਕਰਨਾ ਬਾਪੂ, ਤੇ ਮੈਂ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਬਾਪੂ, ਕਦੇ ਬਰਦਾਸ਼ਤ ਨਹੀਂ ਕਰ ਸਕਦਾ ਬਾਪੂ। ਤੂੰ ਠੀਕ ਕਹਿ ਰਿਹਾ ਪੁੱਤ। ਇਹ ਸਰਕਾਰਾਂ ਸਾਡੇ ਦੇਸ਼ ਨੂੰ ਗਰੀਬੀ ਰੇਖਾ ਵੱਲ ਖਿੱਚਣਾ ਚਾਹੁੰਦੀਆਂ ਨੇ ਤਾਂ ਜੋ ਅੰਡਾਣੀ ਅੰਬਾਣੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਅਮੀਰ ਕਰਕੇ, ਤਾਂ ਕਿ ਉਹ ਸਾਡੇ ਵਰਗੇ ਗਰੀਬਾਂ ਨੂੰ ਗਰੀਬ ਕਰਕੇ ਸਦਾ ਸਰਕਾਰਾਂ ਚਲਾਉਂਦੀਆਂ ਰਹਿਣ। ਪਰ ਮਾਂ, ਲੋਕ ਜਾਗਰੂਕ ਹੋ ਚੁੱਕੇ ਆ। ਜਾਗਰੂਕ ਬਾਪੂ, ਲੋਕ ਇੰਨੇ ਜਾਗਰੂਕ ਹੋ ਗਏ ਆ। ਹਿੰਦੂ, ਮੁਸਲਮ, ਸਿੱਖ, ਈਸਾਈ ਸਭ ਇਕੱਠੇ ਹੋ ਗਏ ਆ। ਜਿਨ੍ਹਾਂ ਦਾ ਭਾਈਚਾਰਾ ਵਿਗਾੜਨ ਕਰਕੇ ਸਾਨੂੰ ਲੜਾਉਂਦੇ ਸੀ ਇੱਕ ਦੂਜੇ ਨਾਲ, ਪਰ ਅੱਜ ਸਾਰੇ ਮੋਰਚਿਆਂ ਵਿੱਚ ਇਕੱਠੇ ਬੈਠੇ ਆ। ਬਸ ਲੜਾਈ ਆ, ਇਹ ਕਿਸਾਨੀ ਦੀ ਲੜਾਈ ਆ ਬਾਪੂ। ਪੱਗ ਬੰਨ ਲਈ ਆ। ਉਹ ਅੱਗੇ ਤੋਂ 6 ਮਹੀਨੇ ਬਾਅਦ ਘਰ ਆਇਆ ਆ। ਹੁਣ ਏਡੀ ਛੇਤੀ ਕਿੱਥੇ ਚੱਲਿਆ? ਉਹ ਬੇਬੇ, ਮੈਂ ਉੱਥੇ ਹੀ ਚੱਲਿਆ ਵਾਂ। ਉਹ ਫਰਕ ਇੰਨਾ, ਅੱਗੇ ਮੈਂ ਜਵਾਨਾਂ ਵੱਲ ਸੀ ਤੇ ਹੁਣ ਮੈਂ ਚੱਲਿਆ ਕਿਸਾਨਾਂ ਵੱਲ। 5 ਮਹੀਨੇ ਹੋ ਗਏ ਕਿਸਾਨ ਵਿਚਾਰੇ ਸੜਕਾਂ ਤੇ ਬੈਠੇ ਆ। ਤੂੰ ਕੀ ਸਮਝਦਾ ਕਿ ਤੇਰੇ ਉੱਥੇ ਜਾਣ ਨਾਲ ਕਾਨੂੰਨ ਰੱਦ ਹੋ ਜਾਣਗੇ? ਹਾਂ ਬਾਪੂ, ਇਹ ਜ਼ਰੂਰ ਰੱਦ ਹੋਣਗੇ, ਪੱਕਾ ਰੱਦ ਹੋਣਗੇ। ਜੇਕਰ ਸਕੇ ਭਰਾ ਵੀ ਲੜ ਪੈਣ ਨਾ ਬਾਪੂ, ਤੇ ਉਹ ਵੀ 6 ਮਹੀਨੇ ਨਹੀਂ ਬੋਲਦੇ ਤੇ ਤਾਏ ਚਾਚੇ ਆ ਕੇ ਸੁਲਾ ਕਰਾਉਂਦੇ ਆ। ਤੇ ਜੇ ਤਾਏ ਚਾਚੇ ਲੜ ਪੈਣ ਤੇ ਉਹ ਕਈ ਮਹੀਨੇ ਨਹੀਂ ਬੋਲਦੇ ਤੇ ਰਿਸ਼ਤੇਦਾਰ ਆ ਕੇ ਸੁਲਾ ਕਰਾਉਂਦੇ ਆ। ਤੇ ਜੇਕਰ ਬਾਪੂ ਪਿੰਡ ਦੇ ਧੜੇ ਦੀ ਲੜਾਈ ਹੋ ਜੇ ਨਾ, ਪਿੰਡ ਦੇ ਧੜੇ ਦੀ, ਤੇ ਕਈ ਸਾਲ ਲੱਗ ਜਾਂਦੇ ਉਹਨਾਂ ਨੂੰ ਬੋਲਣ ਤੇ ਇਹ ਸਾਡਾ ਮਸਲਾ ਸੈਂਟਰ ਸਰਕਾਰ ਨਾਲ ਅਸੀਂ ਉੱਥੇ ਗੁੱਜਾਂਗੇ, ਅੰਦੋਲਨ 'ਚ ਜਾਵਾਂਗੇ, ਚਾਹੇ ਸਾਨੂੰ ਕਿੰਨਾ ਵੀ ਸਮਾਂ ਲੱਗੇ। ਇਹ ਜਿੰਨਾ ਸਮਾਂ ਲੱਗੂਗਾ, ਇਹ ਅੰਦੋਲਨ ਸਾਡਾ ਉਨਾ ਹੀ ਵੱਡਾ ਹੋਊਗਾ ਬਾਪੂ। ਤੇ ਇਹ ਕੇਸ UN 'ਚ ਜਾਊਗਾ, ਸਿੱਧਾ UN 'ਚ। ਤੇ ਇਹ ਕਾਨੂੰਨ ਰੱਦ ਹੋਣ ਲਈ ਆਪ ਮਜਬੂਰ ਹੋ ਜਾਏਗੀ, ਸਰਕਾਰ ਖੁਦ ਮਜਬੂਰ ਹੋ ਜਾਏਗੀ ਬਾਪੂ। ਉਹ ਤੇਰੇ ਜਾਣ ਦਾ ਮੈਨੂੰ ਦਰਦ ਕੋਈ ਨਹੀਂ, ਪਰ ਬਾਪੂ ਕੁਝ ਨਹੀਂ। ਇੱਥੇ ਕੋਈ ਸਮਾਜ ਦੀ ਸਿਰਜਣਾ ਤੇ ਕੁਝ ਚੀਜ਼ਾਂ ਦਾ ਖਾਤਮਾ ਹੋਊਗਾ ਬਾਪੂ। ਕਿਸਾਨ ਏਕਤਾ, ਕਿਸਾਨ ਏਕਤਾ ਜਿੰਦਾਬਾਦ। ਕਰੋ ਪ੍ਰਚਾਰ, ਕਰੋ ਪ੍ਰਚਾਰ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਰ ਕਰੋ ਪ੍ਰਚਾਰ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
ਬੰਦਿਆਂ ਨੂੰ ਕੀ ਦੱਸੋਗੇ? ਮਜ਼ਦੂਰ ਏਕਤਾ, ਕਿਸਾਨ ਏਕਤਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਲਓ ਜੀ, ਹੁਣ ਮੈਂ ਗੱਲ ਕਰਦਾ ਵਾਂ ਰਮਨੀਤ ਸਿੰਘ ਦੀ, ਜੋ 26 ਤਰੀਕ ਨੂੰ ਕਿਸਾਨਾਂ ਦੀ ਰੈਲੀ ਵਿੱਚ ਹੁਮਾ ਕੇ ਪਹੁੰਚਿਆ, ਜਿਸ ਨੇ ਦਿੱਲੀ ਵੱਲ ਕੂਚ ਕਰਨਾ ਸੀ। ਪਰ ਉਸ ਦਾ ਕੀ ਕਸੂਰ ਸੀ, ਜਿਸ ਨੇ ਕਿਸਾਨਾਂ ਦੇ ਤੈਅ ਕੀਤੇ ਰੋਡ ਤੇ, ਕਿਸਾਨਾਂ ਦੇ ਤੈਅ ਕੀਤੇ ਰੋਡ ਤੇ, ਸਰਕਾਰਾਂ ਦੇ ਤੈਅ ਕੀਤੇ ਰੋਡ ਤੇ ਉਹ ਵਿਚਾਰਾ ਟਰੈਕਟਰ ਚਲਾ ਰਿਹਾ ਸੀ। ਇੰਨਾ ਕਾਲੀਆਂ ਸਰਕਾਰਾਂ ਨੇ, ਇੰਨਾ ਭੈੜੀਆਂ ਸਰਕਾਰਾਂ ਨੇ ਉਸ ਦੇ ਮੱਥੇ ਤੇ ਗੋਲੀ ਮਾਰੀ, ਉਸ ਨੂੰ ਟਹਿ ਢੇਰੀ ਕਰ ਦਿੱਤਾ। ਵੇਖੋ ਉਸ ਦੇ ਮਾਂ-ਬਾਪ ਤੇ ਕੀ ਬੀਤੀ, ਉਸ ਨੂੰ ਕੁਛ ਨਹੀਂ ਚੰਗਾ ਲੱਗਦਾ ਜਿਨ੍ਹਾਂ ਨਾਲ ਇਹ ਵਾਪਰ ਜੇ। ਇਸ ਗੱਲ ਤੇ ਸਾਨੂੰ ਵੀ ਬਹੁਤ ਦਰਦ ਆਉਂਦਾ ਏ, ਇਸ ਗੱਲ ਤੇ ਹਰ ਇੱਕ ਨੂੰ ਦਰਦ ਆਉਂਦਾ ਵੇ, ਜਿਸ ਦਾ ਪੁੱਤ ਤਿਆਰ ਹੋ ਕੇ ਇਹ ਕਿਸਾਨੀ ਮੋਰਚੇ ਨੂੰ ਅੱਗੇ ਵਧਾਉਣ ਲਾਇਆ ਹੋਵੇ ਤੇ ਉਹ ਟਹਿ ਢੇਰੀ ਹੋ ਜੇ। ਜੇ ਗੱਲ ਕਰੀਏ ਫਿਰ ਅਸੀਂ ਬਾਬਾ ਰਣਜੀਤ ਸਿੰਘ ਦੀ, ਜੋ ਸਿੱਧੂ ਬਾਰਡਰ ਤੇ ਜਿੱਥੇ ਧੀਆਂ ਭੈਣਾਂ ਦੇ ਤੰਬੂ ਪਾੜੇ ਗਏ, ਉਸ ਥਾਂ ਤੇ ਜਾ ਕੇ ਉਹ ਸਿੰਘ ਜੂਝਿਆ। ਜੇ ਉਸਨੇ ਤਲਵਾਰ ਬਾਹਰ ਕੱਢੀ ਆਪਣੀ ਸ਼ਾਨ ਦੀ ਖਾਤਰ, ਆਪਣੇ ਧਰਮ ਦੀ ਖਾਤਰ, ਪਰ ਉਹਨਾਂ ਨੂੰ ਵੀ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ। ਤੇ ਜੇ ਗੱਲ ਕਰੀਏ ਬਾਬੇ ਜੱਗੀ ਦੀ, ਜਿਸ ਨੇ ਆਪਣੀ ਦਸਤਾਰ ਲੈਣ ਦੀ ਖਾਤਰ ਉੱਥੇ ਜੂਝਣਾ ਪਿਆ, ਕੀ ਉਹ ਗਲਤ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਖਵਾਉਂਦੇ ਹਾਂ, ਅਸੀਂ ਉਹ ਕਲਗੀਆਂ ਵਾਲੇ ਦੇ ਲਾਲ ਖਵਾਉਂਦੇ ਹਾਂ, ਤਾਂ ਹੀ ਸਾਡੀ ਸ਼ਾਨ ਆ, ਕਿਉਂਕਿ ਪੰਜਾਬੀਆਂ ਤੇ ਹਰ ਇੱਕ ਧਰਮ ਨੂੰ ਮਾਣਿਆ। ਬਸ ਇੰਨੀਆਂ ਗੱਲਾਂ ਮੈਂ ਕਰਦਾ ਹਾਂ। ਜੇ ਗੱਲ ਕਰੀਏ ਦੀਪ ਸਿੱਧੂ ਦੀ, ਲੱਖੇ ਸਿਧਾਣੇ ਦੀ, ਉਹਨਾਂ ਵੀ ਇੰਨਾ ਜੂਥ ਲਿਆਂਦਾ, ਪਰ ਸਾਨੂੰ ਏਕਤਾ 'ਚ ਰਹਿਣਾ ਚਾਹੀਦਾ ਵਾ। ਮੈਂ ਸਾਰੀਆਂ ਜਥੇਬੰਦੀਆਂ ਨੂੰ, ਸਾਰੇ ਮੋਰਚਿਆਂ ਨੂੰ, ਸਾਰਿਆਂ ਜਾਣਿਆਂ ਨੂੰ, ਸਾਰੇ ਜੂਥ ਨੂੰ ਇਹੀ ਬੇਨਤੀ ਕਰਦਾ ਵਾਂ, ਅਸੀਂ ਇੱਕ ਮੁੱਠ ਹੋ ਕੇ ਇਸ ਮੋਰਚੇ ਨੂੰ ਅੱਗੇ ਵਧਾਉਣਾ ਵਾ। ਤੇ ਅਸੀਂ ਇਹ ਮੋਦੀ ਦੀਆਂ ਇਹੋ ਜਿਹੀਆਂ ਗੁੱਡੀਆਂ ਲਵਾਉਣੀਆਂ ਵਾ। ਇਹ ਵੀ ਯਾਦ ਕਰੇ ਕਿ ਪੰਗਾ ਲਿਆ ਸੀ ਸਿੱਖ ਕੌਮ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਇੱਕ ਜਕਾਰਾ ਫੇਰ ਜੋ ਬੋਲੇ ਸੋ